ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ, ਨਰ ਚਾਹਤ ਕਛ ਔਰ, ਔਰੈ ਕੀ ਔਰੈ ਪਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 37 ਸਲੋਕਾਂ ਦੀ ਵਿਚਾਰ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ। ਸਲੋਕ ਨੰਬਰ 38 ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਮਨੁੱਖ ਦਾ ਮਨ ਕੁਝ ਹੋਰ ਹੀ ਚਾਹੁੰਦਾ ਰਿਹਾ, ਪਰ ਗੱਲ ਹੋਰ ਦੀ ਹੋਰ ਹੋ ਗਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ, ਇਹ ਠੱਗੀਆਂ ਫਰੇਬ ਹੀ ਚਿਤਵਦਾ ਰਿਹਾ, ਪਰ ਫਾਈ ਆਪਣੀ ਹੀ ਗਲ ਵਿੱਚ ਆ ਪਈ। ਮਨੁੱਖ ਜੋ ਚਾਹੁੰਦਾ ਨਾ, ਉਹ ਹੁੰਦਾ ਨਹੀਂ। ਜੇ ਇਹਦੇ ਹੱਥ ਵਿੱਚ ਹੀ ਸਾਰਾ ਕੁਝ ਹੋਵੇ ਨਾ, ਫਿਰ ਇਹ ਆਪਣੀ ਮਰਜ਼ੀ ਕਰੇ, ਫਿਰ ਤੇ ਦੂਜਿਆਂ ਲੋਕਾਂ ਦਾ ਜੀਣਾ ਮੁਸ਼ਕਲ ਕਰ ਦੇਵੇ, ਦੂਜਿਆਂ ਦੇ ਮੂੰਹ ਵਿੱਚੋਂ ਵੀ ਰੋਟੀ ਕੱਢ ਲਵੇ। ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ। ਇਸਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਰਿਸ ਭਾਵੈ ਸੋਈ ਕਰੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਾਲਕ ਸਮਝਾਉਂਦੇ ਨੇ ਕਿ ਬੰਦਾ ਜਦੋਂ ਕਿਸੇ ਦਾ ਬੁਰਾ ਚਿਤਵਦਾ ਨਾ, ਉਦੋਂ ਆਪ ਵੀ ਦੁਖੀ ਹੁੰਦਾ ਹੈ। ਜੇ ਸੁਖੀ ਰਹਿਣਾ ਚਾਹੁੰਦਾ ਬੰਦਾ, ਫਿਰ ਕਿਸੇ ਦਾ ਬੁਰਾ ਚਿਤਵਣਾ ਛੱਡ ਦੇਵੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਸ ਸਲੋਕ ਵਿੱਚ ਸਮਝਾ ਰਹੇ ਨੇ, ਇਹ ਕੁਝ ਹੋਰ ਚਾਹ ਰਿਹਾ, ਪਰ ਹੋ ਕੁਝ ਹੋਰ ਰਿਹਾ। ਇਹ ਠੱਗੀਆਂ ਫਰੇਬ ਧੋਖੇ ਚਿਤਵ ਰਿਹਾ ਮਨ ਦੇ ਵਿੱਚ, ਪਰ ਜਮਾਂ ਦੀ ਫਾਈ ਇਹਦੇ ਗਲ ਵਿੱਚ ਵੀ ਆ ਪਈ। ਕਿਉਂਕਿ ਮੱਛੀ ਕੀੜਿਆਂ ਨੂੰ ਖਾ ਰਹੀ ਹੈ, ਪਰ ਮੱਛੀ 'ਤੇ ਵੀ ਨਿਗਾਹ ਟਿਕਾ ਕੇ ਬਗਲਾ ਬੈਠਾ ਹੈ, ਬਗਲੇ 'ਤੇ ਨਿਗਾਹ ਬਾਜ ਨਹੀਂ ਟਿਕਾਈ ਹੋਈ ਹੈ। ਸਾਧੀ ਸਾਹਿਬ ਲਿਖਦੇ ਨੇ ਕਿ ਜਾਲ ਮੱਛੀ ਨੂੰ ਲਿਆਉਂਦਾ ਹੈ, ਪਰ ਕਦੀ ਵੱਡੀ ਮੱਛੀ ਜਾਲ ਵੀ ਲੈ ਜਾਂਦੀ ਹੈ। ਇਹ ਠੀਕ ਹੈ, ਸ਼ਿਕਾਰੀ ਸ਼ਿਕਾਰ ਮਾਰਦਾ ਹੈ, ਪਰ ਕਦੀ ਸ਼ਿਕਾਰੀ ਵੀ ਸ਼ਿਕਾਰ ਹੋ ਜਾਂਦਾ ਹੈ। ਸਾਰੀ ਉਮਰ ਮਨੁੱਖ ਲੋਕਾਂ ਨੂੰ ਫਾਹੀ ਪਾਉਂਦਾ ਰਿਹਾ, ਪਰ ਪਤਾ ਉਸ ਵੇਲੇ ਲੱਗਾ ਜਦੋਂ ਜਾਮਨ ਨੇ ਇਸ ਦੇ ਗਲ ਵਿੱਚ ਫਾਹੀ ਪਾ ਦਿੱਤੀ। ਕਿਉਂਕਿ ਬਾਬਾ ਫਰੀਦ ਜੀ ਲਿਖਦੇ ਨੇ, ਜਿਵੇਂ ਦਰਿਆ ਦੇ ਕੰਢੇ 'ਤੇ ਕਿਤੇ ਬਗਲਾ ਬੈਠਾ ਕਲੋਲਾਂ ਕਰਦਾ ਨਾ, ਉਹੀ ਹਾਲਤ ਮਨੁੱਖ ਦੀ ਹੈ। ਉਹ ਕਲੋਲਾਂ ਕਰਦੇ ਬਗਲੇ ਨੂੰ ਜਦੋਂ ਚਾਨਚੱਕ ਆਣ ਕੇ ਅਚਿੰਤੇ ਬਾਜ਼ ਪੈ ਜਾਂਦੇ ਆ ਨਾ, ਉਹੀ ਹਾਲ ਮਨੁੱਖ ਦਾ ਕਿ ਜਦੋਂ ਇਹਨੂੰ ਵੀ ਆਣ ਕੇ ਰੱਬ ਦੇ ਅਚਿੰਤੇ ਬਾਜ਼ ਪੈਂਦੀ ਹੈ ਨਾ, ਜਿਹੜੇ ਜੰਮ ਆ ਜਾਂਦੇ ਆ, ਉਦੋਂ ਇਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਕਿ ਜਦੋਂ ਉਹਨੂੰ ਅਚਿੰਤੇ ਬਾਜ਼ ਆਣ ਕੇ ਰੱਬ ਦੇ ਪੈ ਜਾਂਦੇ ਆ, ਬਗਲੇ ਨੂੰ ਸਾਰੀਆਂ ਕਲੋਲਾਂ ਭੁੱਲ ਜਾਂਦੀਆਂ, ਅਤੇ ਮਨੁੱਖ ਨੂੰ ਜਦੋਂ ਮੌਤ ਸਾਹਮਣੇ ਆਉਂਦੀ, ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਜੋ ਇਹਦੇ ਮਨ ਵਿੱਚ ਕਦੀ ਇਹਨੇ ਚਿਤਵੀਆਂ ਨਹੀਂ ਸੀ ਗੱਲਾਂ, ਉਹ ਗੱਲਾਂ ਪ੍ਰਮਾਤਮਾ ਕਰ ਦਿੰਦਾ, ਉਹ ਗੱਲਾਂ ਰੱਬ ਨੇ ਕਰ ਦਿੱਤੀਆਂ। ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਆ ਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਪਰਮਾਤਮਾ ਨੇ ਬਹੁਤ ਕੁਝ ਆਪਣੇ ਹੱਥ ਵਿੱਚ, ਸਾਰਾ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ। ਇਹ ਤਾਂ ਕਿਤੇ ਪੱਛਮ ਵੱਲ ਨੂੰ ਜਾਣ ਦੀ ਤਿਆਰੀ ਕਰੇ ਨਾ, ਅਤੇ ਉਹ ਪਰਮਾਤਮਾ ਪੂਰਬ ਵਾਲੇ ਪਾਸੇ ਲੈ ਜਾਂਦਾ। ਉਹ ਸਾਰਾ ਕੁਝ ਪੈਦਾ ਕਰਕੇ ਉਸ ਨੂੰ ਖਤਮ ਵੀ ਕਰ ਸਕਦਾ ਵਾ। ਉਹਨੇ ਸਾਰਾ ਕੁਝ ਆਪਣੇ ਹੱਥ ਵਿੱਚ ਰੱਖਿਆ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਖਿਨ ਮੈਂ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਤ। ਇਸ ਸ਼ਲੋਕ ਵਿੱਚ ਨੂੰ ਪੜ੍ਹਿਆਂ ਵਿਚਾਰਿਆਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਨੁੱਖ ਕੁਝ ਹੋਰ ਚਾਹੁੰਦਾ ਹੈ, ਪਰ ਕੁਝ ਹੋਰ ਹੋ ਜਾਂਦਾ ਹੈ। ਇਸ ਦੇ ਵੱਸ ਦੀ ਗੱਲ ਨਹੀਂ। ਪਰ ਜਦੋਂ ਦੂਸਰੀ ਪੰਕਤੀ ਨਾਲ ਹੀ ਪੜ੍ਹਦੇ ਆ ਨਾ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ,
ਤੇ ਪੜ੍ਹਿਆ ਜਿਹੜਾ ਅਸਲ ਭਾਵ ਹੈ ਉਹ ਸਪਸ਼ਟ ਵੀ ਹੋ ਜਾਂਦਾ ਹੈ ਕਿ ਇਹ ਚਾਹੁੰਦਾ ਹੀ ਗਲਤ ਹੈ। ਇਸਨੇ ਉਹ ਚਾਹਿਆ ਜੋ ਇਹਨੂੰ ਚਾਹਣਾ ਨਹੀਂ ਸੀ ਚਾਹੀਦਾ, ਜੋ ਚਾਹਣਾ ਚਾਹੀਦਾ ਸੀ ਉਹ ਨਹੀਂ ਚਾਹਿਆ। ਇਹਦੇ ਮਨ ਵਿੱਚ ਸਿਰਫ ਪਰਮਾਤਮਾ ਦੀ ਚਾਹਤ ਚਾਹੀਦੀ ਸੀ, ਪਰ ਮਨ ਮਾਇਆ ਵਿੱਚ ਹੀ ਜਿਹੜਾ ਸੀ ਨਾ ਇੰਨਾ ਲਖੁੱਭਿਆ ਹੋਇਆ ਸੀ ਕਿ ਇਹਦੀ ਚਾਹਤ ਹੀ ਜਿਹੜੀ ਸੀ ਉਹ ਗਲਤ ਬਣ ਗਈ। ਮਨ ਵਿੱਚ ਮਾਇਆ ਦੀ ਚਾਹ ਵਸ ਗਈ। ਜਿਹੜਾ ਪਹਿਲਾ ਸ਼ਲੋਕ ਸੀ, ਸ਼ਲੋਕ ਨੰਬਰ 37, ਉਸ ਵਿੱਚ ਇਹ ਖਿਆਲ ਆ ਚੁੱਕਾ ਕਿ ਜਿਵੇਂ ਦੀਵਾਰ ਵਿੱਚ ਮੂਰਤੀ ਇੱਕਮਿਕ ਹੈ, ਮਨ ਮਾਇਆ ਵਿੱਚ ਰਚਿਆ ਹੋਇਆ ਹੈ। ਫਿਰ ਮਾਇਆ ਤਾਂ ਇਮਾਨਦਾਰੀ ਨਾਲ ਇਕੱਠੀ ਨਹੀਂ ਹੁੰਦੀ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਮਨ ਮਾਇਆ ਵਾਲੇ ਪਾਸੇ ਲੱਗਾ ਹੋਇਆ ਵਾ, ਉਹਦੇ ਨਾਲ ਇੱਕਮਿਕ ਹੈ, ਚਾਹੁੰਦਾ ਹੋਰ ਮੈਂ ਮਾਇਆ ਇਕੱਠੀ ਕਰ ਲਵਾਂ, ਧੋਖੇ ਕਰ ਰਿਹਾ, ਠੱਗੀਆਂ ਮਾਰ ਰਿਹਾ, ਫਰੇਬ ਕਰ ਰਿਹਾ, ਚਿੱਤ ਵਧਾ ਰਿਹਾ, ਦੂਜਿਆਂ ਦਾ ਬੁਰਾ ਚਿੱਤ ਵਧਾਵਾ। ਪਰ ਹੁੰਦਾ ਕੀ ਹੈ ਕਿ ਇਹਦੇ ਆਪਣੇ ਗੱਲ ਵਿੱਚ ਵੀ ਆਣ ਕੇ ਜਮਾਂ ਦੀ ਫਾਹੀ ਪੈ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਾਲਕ ਸਾਨੂੰ ਸਮਝਾ ਰਹੇ ਨੇ ਕਿ ਇਹ ਬੰਦੇ ਤੂੰ ਅਸਲ ਵਿੱਚ ਆਇਆ ਹੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਆ। ਪਰਮਾਤਮਾ ਦੀ ਚਾਹਤ ਆਪਣੇ ਹਿਰਦੇ ਵਿੱਚ ਰੱਖ। ਜੋ ਤੂੰ ਚਾਹ ਰਿਹਾ ਨਾ ਉਹ ਜ਼ਰੂਰੀ ਨਹੀਂ ਕਿ ਉਹੀ ਹੋਵੇ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਜੋ ਪਰਮਾਤਮਾ ਨੂੰ ਭਾਉਂਦਾ ਨਾ ਹੁੰਦਾ ਉਹੀ ਹੈ। ਉਸ ਪਰਮਾਤਮਾ ਦਾ ਸਿਮਰਨ ਕਰ, ਉਸ ਮਾਲਕ ਦੀ ਬੰਦਗੀ ਕਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੰਬਰ 38 ਦੀ ਵਿਚਾਰ ਕਰਦਿਆਂ ਦਾਸ ਕੋ ਬਹੁਤ ਸਾਰੀਆਂ ਗਲਤੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।